ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਕੇ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਉਪਰਾਲਾ ਯਤਨ ਕਰ ਰਹੇ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਰਹਿਮਤ ਕਰਦਿਆਂ ਅੱਜ ਦੇ ਇਸ ਪਾਵਨ ਬਚਨ ਅੰਦਰ ਸਾਨੂੰ ਸੋਝੀ ਦਿੰਦੇ ਨੇ ਕਿ ਇਸ ਸੰਸਾਰ ਅੰਦਰ ਜੋ ਕੁਝ ਵੀ ਨਜ਼ਰ ਆਉਂਦਾ ਹੈ, ਇਹ ਸਮੁੱਚਾ ਸੰਸਾਰ, ਇਹ ਸਮੁੱਚਾ ਬ੍ਰਹਿਮੰਡ, ਇਹ ਸਭ ਕੁਝ ਉਸ ਵਾਹਿਗੁਰੂ ਦਾ ਹੈ। ਇਹ ਸਾਰੀ ਸਮੱਗਰੀ, ਇਹ ਸਭ ਪਦਾਰਥ, ਇਹ ਸਭ ਵਸਤੂਆਂ ਉਸ ਪਰਮੇਸ਼ਰ ਦੀਆਂ ਨੇ। ਪੂਰ ਸਮੱਗਰੀ ਪੂਰੇ ਠਾकुर ਕੀ। ਇਹ ਜੋ ਵੀ ਪਰਿਪੂਰਨ ਸਮੱਗਰੀ ਨਜ਼ਰ ਆਉਂਦੀ ਹੈ, ਇਹ ਜੋ ਕੁਝ ਵੀ ਦਿਖਾਈ ਦਿੰਦਾ ਹੈ, ਇਹ ਸਾਰਾ ਕੁਝ ਉਸ ਵਾਹਿਗੁਰੂ ਦਾ ਹੈ, ਉਸ ਪਰਮੇਸ਼ਰ ਦਾ, ਤੇ ਉਸੇ ਦੀ ਸੋਭਾ ਹੈ। ਭਰਪੂਰ ਧਾਰ ਰਹੀ ਸੋਭ ਜਾ ਕੀ, ਉਹਦੀ ਹੀ ਵਡਿਆਈ, ਉਹਦੀ ਹੀ ਸੋਭਾ ਹੈ ਸਭ ਥਾਈਂ। ਚੀਜ਼ਾਂ ਰਾਹੀਂ, ਰੂਪ ਰਾਹੀਂ, ਰੰਗਾਂ ਰਾਹੀਂ, ਸਭ ਕਾਸੇ ਰਾਹੀਂ ਉਹ ਪ੍ਰਮਾਤਮਾ ਦੀ ਸੋਭਾ ਹੀ ਪ੍ਰਗਟ ਹੋ ਰਹੀ ਹੈ। ਸਭ ਕਾਸੇ ਰਾਹੀਂ ਉਹੀ ਪ੍ਰਗਟ ਹੋ ਰਿਹਾ ਹੈ। ਸਤਿਗੁਰੂ ਕਹਿੰਦੇ ਵੇਖੋ ਜਰਾ ਗੌਰ ਨਾਲ। ਸਤਿਗੁਰੂ ਨੇ ਬਾਣੀ ਅੰਦਰ ਸਮਝਾਇਆ ਕਿ ਇਹ ਹੇ ਨੇਤਰੋ ਮੇਰਿਓ, ਇਹਨਾਂ ਅੱਖਾਂ ਨਾਲ ਵੇਖੋ ਜਰਾ, ਆਪਣੇ ਆਪ ਨਾਲ ਤੱਕੋ। ਇਹ ਜੋ ਵਿਸ਼ਵ ਹੈ, ਇਹ ਜੋ ਸੰਸਾਰ ਹੈ, ਇਹ ਹਰ ਕਾ ਰੂਪ ਹੈ, ਇਹ ਵਾਹਿਗੁਰੂ ਦਾ ਰੂਪ ਹੈ। ਉਸ ਨੂੰ ਵੇਖੋ, ਉਸ ਨੂੰ ਜਾਣੋ। ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਰੱਖੀ, ਹਰ ਬਿਨ ਅਵਰ ਨਾ ਦੇਖੋ ਕੋਈ। ਵਾਹਿਗੁਰੂ ਤੋਂ ਬਿਨਾ ਕੁਛ ਹੋਰ ਨਾ ਵੇਖੋ। ਪਰਮੇਸ਼ਰ ਨੂੰ ਵੇਖੋ, ਵਾਹਿਗੁਰੂ ਦੀ ਜੋਤ ਵੇਖੋ ਸਭ ਦੇ ਅੰਦਰੋਂ। ਚਾਹੇ ਕੋਈ ਕੈਸਾ ਵੀ ਮਨੁੱਖ ਹੈ, ਉਹਦੀ ਇੱਕ ਆਪਣੀ ਸੋਭਾ ਹੈ। ਚਾਹੇ ਉਹ ਕੋਈ ਵੀ ਕਿਹੋ ਜਿਹਾ ਵੀ ਹੈ, ਤੁਹਾਨੂੰ ਪਸੰਦ ਨਾ ਪਸੰਦ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਚੰਗਾ ਲੱਗਦਾ, ਤੁਹਾਨੂੰ ਨਹੀਂ ਚੰਗਾ ਲੱਗਦਾ। ਕਿਸੇ ਅੰਦਰ ਕ੍ਰੋਧ ਹੈ, ਕਿਸੇ ਅੰਦਰ ਲੋਭ ਹੈ, ਕਿਸੇ ਅੰਦਰ ਈਰਸ਼ਾ ਹੈ, ਕਿਸੇ ਅੰਦਰ ਪਾਪ ਹੈ, ਕਿਸੇ ਅੰਦਰ ਪੁੰਨ ਹੈ। ਕੋਈ ਚੰਗਾ ਕਰਦਾ ਹੈ, ਕੋਈ ਮਾੜਾ ਕਰਦਾ ਹੈ। ਸਤਿਗੁਰੂ ਕਹਿੰਦੇ ਉਹਨਾਂ ਸਾਰਿਆਂ ਦੇ ਅੰਦਰ ਉਸ ਵਾਹਿਗੁਰੂ ਦੀ ਜੋਤ ਵਿਦਵਾਨ ਹੈ, ਬਿਰਾਜਮਾਨ ਹੈ, ਸਭ ਦੇ ਅੰਦਰ ਵਸੀ ਹੈ। ਉਹਦੀ ਸੋਭਾ ਹੀ ਇਹ ਹੈ ਕਿ ਉਹ ਸਭ ਦੇ ਵਿੱਚ ਵਸ ਕੇ ਵੀ ਸਭ ਤੋਂ ਮੁਕਤ ਹੈ। ਉਹ ਪਾਪੀ ਦੇ ਅੰਦਰ ਵਸ ਕੇ ਵੀ ਪਾਪੀ ਤੋਂ ਸਤਿਗੁਰੂ ਕਹਿੰਦੇ ਮੁਕਤ ਹੈ। ਉਹ ਐਸਾ ਹੈ ਕਿ ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਰਹਿੰਦਾ ਨਾ, ਉਹ ਪਰਮੇਸ਼ਰ ਸੰਸਾਰ ਦੇ ਵਿੱਚ ਵਸ ਕੇ ਵੀ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ। ਉਹ ਸਾਡੇ ਸਾਰਿਆਂ ਅੰਦਰ ਸਮਾਇਆ ਹੋਇਆ, ਹਰ ਬੰਦੇ ਦੇ ਅੰਦਰ ਉਹ ਪਰਮੇਸ਼ਰ ਵਸਿਆ ਹੋਇਆ। ਇੱਕ ਅਰਥ ਵਿੱਚ ਹਰ ਬੰਦਾ, ਹਰ ਮਨੁੱਖ ਰੱਬ ਹੈ, ਤੇ ਦੂਸਰੇ ਅਰਥ ਵਿੱਚ ਕੋਈ ਮਨੁੱਖ ਰੱਬ ਨਹੀਂ ਹੈ। ਰੱਬ ਇਸ ਅਰਥ ਵਿੱਚ ਹੈ ਕਿ ਹਰ ਬੰਦੇ ਦੇ ਅੰਦਰ ਪਰਮੇਸ਼ਰ ਵਸਿਆ ਹੋਇਆ, ਤੇ ਨਹੀਂ ਇਸ ਕਰਕੇ ਕਿਉਂਕਿ ਬੰਦੇ ਨੂੰ ਉਸ ਦਾ ਗਿਆਨ ਨਹੀਂ ਹੈ, ਸਾਨੂੰ ਉਸ ਦੀ ਸੋਝੀ ਨਹੀਂ ਹੈ, ਸਾਨੂੰ ਆਪਣੇ ਕੁਝ ਹੋਰ ਹੋਣ ਦਾ ਅਹਿਸਾਸ ਹੈ। ਅਸੀਂ ਆਪਣੇ ਆਪ ਨੂੰ ਕੁਝ ਹੋਰ ਸਮਝਦੇ ਹਾਂ।
ਇਸ ਲਈ ਸਤਿਗੁਰੂ ਕਹਿੰਦੇ ਇਹ ਸਾਰੀ ਸਮੱਗਰੀ, ਇਹ ਸਭ ਪਦਾਰਥ, ਸਭ ਵਸਤਾਂ ਉਸ ਦੀਆਂ ਹੀ ਨੇ। ਤੁਹਾਡੇ ਅੰਦਰ ਜੋ ਗੁਣ ਹੈ ਉਹ ਉਸ ਵਾਹਿਗੁਰੂ ਦੇ ਹੀ ਨੇ। ਭਗਤ ਗੁਰਮੁਖ ਉਹ ਹਮੇਸ਼ਾ ਵਾਹਿਗੁਰੂ ਨੂੰ ਹੀ ਸਭ ਕੁਝ ਜਾਣਦਾ ਹੈ। ਉਹ ਕਹਿੰਦੇ ਜੇ ਗੁਣ ਹੈਗੇ ਨੇ ਮੇਰੇ ਤਾਂ ਉਹ ਪਰਮੇਸ਼ਰ ਦੇ, ਤੇ ਜੇ ਕੋਈ ਔਗਣ ਹੈ ਤਾਂ ਉਹ ਮੇਰਾ। ਉਹ ਆਪਣੇ ਔਗਣਾਂ ਨੂੰ ਆਪਣੇ ਸਿਰ ਲੈ ਲੈਂਦਾ ਹੈ ਕਿ ਮੇਰੀਆਂ ਗਲਤੀਆਂ ਨੇ, ਮੇਰੇ ਔਗਣ ਨੇ, ਪਰ ਉਹ ਆਪਣੇ ਗੁਣਾਂ ਨੂੰ ਉਹ ਪਰਮੇਸ਼ਰ ਨਾਲ ਕਿ ਇਹ ਗੁਣ ਉਹਦੇ ਨੇ, ਉਹਦੇ ਗੁਣਾਂ ਨੂੰ ਵੇਖੋ। ਜੇ ਤੁਹਾਡੇ ਅੰਦਰ ਕੋਈ ਵੀ ਗੁਣ ਹੈ, ਕੈਸਾ ਵੀ, ਉਹ ਇੱਕ ਗੁਣ ਹੀ ਤੁਹਾਨੂੰ ਪ੍ਰਗਟ ਕਰਦਾ ਹੈ। ਸਾਡੇ ਗੁਣ ਤੇ ਔਗਣ ਹੀ ਸਾਨੂੰ ਪ੍ਰਗਟ ਕਰਦੇ ਨੇ। ਉਹਨਾਂ ਤੋਂ ਹੀ ਸਾਡੇ ਪੂਰਾ ਵਿਅਕਤੀਤਵ ਝਲਕਦਾ। ਸਾਡੀ ਪੂਰੀ ਪਰਸਨੈਲਿਟੀ ਸਾਡੇ ਗੁਣਾਂ ਤੇ ਔਗਣਾਂ ਤੋਂ ਪ੍ਰਗਟ ਹੁੰਦੀ ਹੈ। ਲੋਕ ਸਮਝਦੇ ਨੇ ਕਿ ਬੰਦੇ ਦੀ ਪਰਸਨੈਲਿਟੀ ਉਹਦੀ ਲੁੱਕ ਤੋਂ ਪ੍ਰਗਟ ਹੁੰਦੀ ਹੈ, ਇਸ ਲਈ ਲੋਕ ਆਪਣੀ ਲੁੱਕ ਦੇ ਉੱਤੇ ਜ਼ਿਆਦਾ ਧਿਆਨ ਦਿੰਦੇ ਨੇ, ਆਪਣੇ ਆਪ ਨੂੰ ਸਜਾਉਂਦੇ ਸਵਾਰਦੇ ਨੇ, ਵਧੀਆ ਕੱਪੜੇ ਪਾਉਂਦੇ ਨੇ। ਪਰ ਇਹਨਾਂ ਚੀਜ਼ਾਂ ਨਾਲ ਬੰਦੇ ਦਾ ਵਿਅਕਤੀਤਵ ਨਹੀਂ ਝਲਕਦਾ। ਵਿਅਕਤੀਤਵ ਇਹਦਾ ਝਲਕਦਾ ਹੈ ਇਹਦੇ ਗੁਣਾਂ ਜਾਂ ਔਗਣਾਂ ਨਾਲ। ਸਾਡੀ ਬੋਲ ਬਾਣੀ, ਸਾਡਾ ਕਿਸੇ ਨਾਲ ਗੱਲਬਾਤ ਕਰਨ ਦਾ ਢੰਗ, ਸਾਡਾ ਬਿਹੇਵ ਕੈਸਾ ਹੈ। ਕੋਈ ਬੰਦਾ ਸਾਨੂੰ ਕੋਈ ਐਸੀ ਗੱਲ ਕਹਿ ਦੇਵੇ ਜਿਹੜੀ ਚੁੱਭਵੀਂ ਗੱਲ ਹੈ, ਉਸ ਚੁੱਭਵੀਂ ਗੱਲ ਨੂੰ ਕਿਵੇਂ ਅਸੀਂ ਹੈਂਡਲ ਕਰਨਾ ਹੈ, ਸਾਡੇ ਗੁਣਾਂ ਤੋਂ ਪਤਾ ਚੱਲਦਾ ਹੈ ਸਾਡੀ ਪਰਸਨੈਲਿਟੀ ਦਾ। ਬਾਹਰੋਂ ਨਹੀਂ, ਬਾਹਰਲੇ ਰੂਪ ਰੰਗ ਤਾਂ ਥੋਥੇ ਨੇ, ਬਾਹਰਲੀ ਪਰਸਨੈਲਿਟੀ ਤਾਂ ਹੁਣ ਹੈ ਹੁਣ ਨਹੀਂ ਹੈ, ਉਹਦਾ ਤਾਂ ਕੁਝ ਵੀ ਨਹੀਂ। ਇਸ ਲਈ ਗੁਣਾਂ ਨਾਲ ਜੋ ਸਾਡੇ ਅੰਦਰ ਵਿਅਕਤੀਤਵ ਪ੍ਰਗਟ ਹੁੰਦਾ ਹੈ, ਸਤਿਗੁਰੂ ਕਹਿੰਦੇ ਉਹਨਾਂ ਗੁਣਾਂ ਨੂੰ ਜਾਣ। ਉਹ ਗੁਣ ਹੀ ਸਾਨੂੰ ਪ੍ਰਗਟ ਕਰਨਗੇ। ਇਸ ਲਈ ਗੁਰਬਾਣੀ ਅੰਦਰ ਗੁਣਾਂ ਉੱਤੇ ਸਤਿਗੁਰੂ ਨੇ ਬਹੁਤ ਜ਼ੋਰ ਦਿੱਤਾ ਹੈ। ਸਤਿਗੁਰੂ ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ, ਬਿਨ ਗੁਣ ਕਾਮ ਨਾ ਆਵੇ ਢਹਿ ਢੇਰੀ ਤਨ ਖੇ। ਗੁਣਾਂ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਨਹੀਂ ਆਉਂਦਾ। ਗੁਣਾਂ ਤੋਂ ਬਿਨਾ ਇਹ ਸਰੀਰ ਢਹਿ ਢੇਰੀ ਹੈ, ਮਿੱਟੀ ਦੀ ਢੇਰੀ। ਗੁਣਾਂ ਤੋਂ ਬਿਨਾ ਭਗਤੀ ਨਹੀਂ ਹੁੰਦੀ ਪਰਮੇਸ਼ਰ ਦੀ। ਇਸ ਲਈ ਜਿਵੇਂ ਜਿਵੇਂ ਤੁਸੀਂ ਉਹਦੀ ਭਗਤੀ ਕਰਦੇ ਹੋ, ਉਹਦਾ ਸਿਮਰਨ ਕਰਦੇ ਹੋ, ਉਵੇਂ ਉਵੇਂ ਗੁਣਾਂ ਨਾਲ ਭਰਪੂਰ ਹੁੰਦੇ ਜਾਂਦੇ ਹੋ। ਗੁਣ ਆਉਂਦੇ ਜਾਂਦੇ ਨੇ ਹੌਲੀ ਹੌਲੀ, ਤੇ ਗੁਣ ਦੀ ਹੀ ਕਦਰ ਹੈ ਸਾਡੇ ਸਮਾਜ ਵਿੱਚ ਵੀ। ਜਿਸ ਬੰਦੇ ਦੇ ਕੋਲ ਕੋਈ ਗੁਣ ਨਹੀਂ, ਉਹਨੂੰ ਕੋਈ ਕੰਮ ਧੰਦਾ ਨਹੀਂ ਮਿਲਦਾ। ਲੋਕ ਪੁੱਛਦੇ ਨੇ ਕਿ ਭਾਈ ਤੇਰੇ ਕੋਲ ਸਕਿੱਲ ਕੀ ਹੈ, ਤੈਨੂੰ ਆਉਂਦਾ ਕੀ ਹੈ? ਆਉਂਦਾ ਕੁਝ ਵੀ ਨਹੀਂ। ਜਦ ਕੁਝ ਆਉਂਦਾ ਨਹੀਂ ਤਾਂ ਫਿਰ ਕੰਮ ਕੀ ਮਿਲੇਗਾ, ਨੌਕਰੀ ਕੀ ਮਿਲੇਗੀ? ਕੁਝ ਵੀ ਨਹੀਂ। ਗੁਣ ਤੋਂ ਬਿਨਾਂ ਤਾਂ ਇਸ ਸੰਸਾਰ ਵਿੱਚ ਕਦਰ ਨਹੀਂ ਹੈ, ਤੇ ਅਸੀਂ ਗੁਣ ਤੋਂ ਬਿਨਾਂ ਨਿਰੰਕਾਰ ਦੇ ਦਰ ਵਿੱਚ ਕਦਰ ਪਾਲਦੇ ਫਿਰਦੇ ਹਾਂ ਕਿ ਉਸ ਵਾਹਿਗੁਰੂ ਦੇ ਦਰ ਕਦਰ ਮਿਲ ਜਾਏ। ਗੁਣਾਂ ਤੋਂ ਬਿਨਾਂ ਥੋੜੀ ਨਾ ਕਦਰ ਹੁੰਦੀ ਹੈ। ਗੁਣ ਤਾਂ ਧਾਰਨ ਕਰਨੇ ਹੀ ਪੈਂਦੇ ਨੇ। ਸਤਿਗੁਰੂ ਕਹਿੰਦੇ ਗੁਣ ਧਾਰਨ ਕਰ, ਗੁਣੀ ਬਣ, ਗੁਣੀ ਬਣ, ਉਸ ਪਰਮੇਸ਼ਰ ਨੂੰ ਸਿਮਰ। ਤੇਰੇ ਗੁਣਾਂ ਰਾਹੀਂ ਹੀ ਉਹ ਪ੍ਰਗਟ ਹੋਵੇਗਾ, ਤੇਰੇ ਗੁਣ ਹੀ ਪ੍ਰਗਟਾਉਣਗੇ ਉਸ ਨੂੰ। ਇਸ ਲਈ ਸਤਿਗੁਰੂ ਕਹਿੰਦੇ ਇਹ ਸਾਰੀ ਸਮੱਗਰੀ, ਜੋ ਵੀ ਗੁਣ ਨੇ, ਇਹ ਸਭ ਉਸੇ ਦੇ ਨੇ। ਇਹ ਗੁਣ ਔਗਣ ਸਭ ਉਸੇ ਦੇ, ਅੰਮ੍ਰਿਤ ਜ਼ਹਿਰ ਸਭ ਉਸੇ ਦਾ। ਇਹ ਸਾਰੀ ਸਮੱਗਰੀ ਉਸੇ ਦੀ। ਇਸਤਰੀ ਪੁਰਸ਼ ਸਭ ਉਸੇ ਦੇ ਨੇ, ਇਹ ਰੰਗ ਸਭ ਉਸੇ ਦੇ ਨੇ, ਗੋਰਾ ਕਾਲਾ ਸਭ ਉਸੇ ਦੇ। ਜਰਾ ਇਹਨਾਂ ਚੀਜ਼ਾਂ ਨਾਲੋਂ ਆਪਣੇ ਮਨ ਦਾ ਮੋਹ ਤੋੜ ਕੇ ਫਿਰ ਇਹਨਾਂ ਨੂੰ ਦੇਖੋ। ਜੈਸੀਆਂ ਹਨ ਉਹਨਾਂ ਨੂੰ ਵੈਸੀਆਂ ਦੇਖੋ। ਨਾ ਗੋਰੇ ਨਾਲ ਮੋਹ, ਨਾ ਕਾਲੇ ਨਾਲ ਨਫ਼ਰਤ। ਜਰਾ ਇਸ ਢੰਗ ਨਾਲ ਵੇਖੋ, ਨਿਰਪੱਖ ਹੋ ਕੇ, ਕਿ ਬਸ ਤੁਸੀਂ ਸਿਰਫ ਦੇਖਣ ਵਾਲੇ ਹੋ।
सिर्फ देखण वाले कि देखो कि सारा कुछ जिवें किसी उच्ची थां दे उत्ते बह के बंदा देख रहा होवे कि थल्ले लोग की कर रहे हैं, किसी नाल कोई सांझ नहीं, कोई अपना नहीं, कोई बेगाना नहीं, बस तुसी देखण वाले। जदों इस ढंग नाल असीं वाहिगुरू दी कुदरत नूं देखदे हां, अपनी पसंद ना पसंद नूं छड्ड के, अपनी विचार नूं त्याग के, फिर गल बनदी है, फिर ही नज़र आउंदा है, उस तो बिना नज़र ही नहीं आउंदा। जदों असीं पहलां ही कोई पक्ष लिया होवे, पहलां ही असीं कोई गल मन के बैठे होइए, फिर सच नहीं नज़र आउंदा, फिर सच नहीं नज़र आउंदा। तुसीं अक्सर देखोगे कि लोग चर्चा करते हैं, डिबेट करते हैं। अज तक किसी डिबेट का कोई सिट्टा निकलिया तुसीं सुनिया कि हाँ जी फलानी डिबेट हुई सी किसी फलाने टीवी चैनल ते, न्यूज़ चैनल ते, उहदा आ नतीजा निकलिया? किसी डिबेट का अज तक नतीजा नहीं निकलिया। बड़े बड़े विद्वान एक दूसरे नाल बहस करते हैं, चर्चा करते हैं, पर चर्चा का नतीजा की निकलता है? कुछ भी नहीं, क्योंकि कोई भी नहीं मानता एक दूसरे की गल, वो सारे अपनी गल नूं ही सही मानते हैं। हर बंदा कहता कि मैं ही सही हाँ, तो जिहड़ा पहलां ही खुद नूं सही मान के बैठा है, उहदे नाल विचार चर्चा की करोगे? क्योंकि वह मन्नी बैठा है कि मैं तो सही हाँ, तुसीं अपना देख लवो भाई, जे तुहानूं आ गल ठीक लगती है तो ठीक है, नहीं तो फिर चलो। वो बहसते रहते हैं, घंटियां बद्धी झगड़ा करते रहते हैं, चर्चा करते रहते हैं, हल कुछ भी नहीं निकलता, क्योंकि मनण वास्ते कोई भी तैयार नहीं होंदा। इसलिए जदों किसी नाल विचार करनी होवे, डिबेट करनी होवे, तो अपने दूसरे दे विचार लेने भी हुंदे ने ते अपने छड्डने भी हुंदे ने। विचार का मकसद ही ये है। डिबेट का मतलब है कि मैं इत्थे गलत हाँ, दूसरे की गल नूं लै लवो, मान लवो, एक्सैप्ट कर लो कि हाँ ये इदां है। इसलिए वाहिगुरू की कुदरत नूं निरपक्ष हो के वेखना, इस संसार नूं कि तुहानूं की चंगा लगदा है, की मंदा लगदा है, उसनूं छड्ड के, ना कुछ चंगा लगे ते ना कुछ मंदा लगे, बस वेखो उसनूं जिवें है उवें। ਉਹਦੇ ਨਾਲ ਕਿਸੇ तरह की कोई सांझ ना पाओ, ना चंगे दी ਜਾਂ मंदे दी, ਉਹਦੀ कुदरत ਨੂੰ वैसे ही वेखो जैसे वो है, फिर उस वाहिगुरू की शोभा प्रगट होती है। सतगुरु कहते भरपुर धार रही शोभ जाके, ਉਹਦੀ शोभा परिपूर्ण है, ਉਹਦੀ शोभा बस रही है सब थाई। किसी ने कह दिता ਤੁਹਾਨੂੰ आके कि फलाना बंदा बहुत बुरा है, बहुत भैड़ा है, तो असीं मान लिया। बहुती बारी ऐसा ही होंदा है, कोई सानू आके कुछ कह दिंदा, असीं मान लैंदे आ। असीं जरा जी भी विचार नहीं करते कि पहलां वेख तां लईए, पहलां परख तां लईए, ना असीं जरा नहीं सोचते। जिहो जिहा किसी ने बोल दिता उहो जिहा असीं मान लिया, ऐसा नहीं है। जरा वेखो, क्योंकि हर बंदे दे अंदर कुछ ना कुछ गुण है, हर बंदे दे अंदर कोई ना कोई अंश मात्र ही सही, चाहे ओही शोभा है उस वाहिगुरू दी, ओही बस दृष्टि है साडी कि सानू की नजर आउंदा है। कोई आदमी बहुत प्यारा हारमोनीयम बजाउंदा है, बहुत खूबसूरत, जदों उहनूं सुनो तो इंज लगदा है कि इहनूं सुणदे ही रहीए, ये बजाई जावे ते असीं सुणदे जाइए। तो कोई बंदा आके तुहानूं कहे कि ये जिहड़ा बंदा है ना, ये चोर है, ये चोरी करदा है, जिवें ही तुसीं सुनिया कि चोर है, तुहाडा ध्यान उहदे गुण वाले पासों हट जाएगा, तो ये बंदा चोर है इस पासे लग जाएगा। उहदा गुण है कि वह कितना प्यारा हारमोनीयम बजाउंदा है, उहदा गुण है कि वह कितनी प्यारी बांसुरी बजाउंदा है, ਉਹਦਾ गुण ਉਹ ਕੀ ਕਰਦਾ ਹੈ, ਅਸੀਂ ਉਹਦੇ ਨਾਲ ਕੀ ਲੈਣਾ, ਉਹ ਚੋਰ ਹੈ ਜਾਂ ਚੋਰ ਨਹੀਂ ਹੈ। मतलब सिर्फ इस नाल कि ਉਹਦੇ ਕੋਲ एक गुण है
ਕਿ ਉਹ ਸਮਾਂ ਬੰਨ੍ਹ ਦਿੰਦਾ ਹੈ ਜਦੋਂ ਉਹ ਹਾਰਮੋਨੀਅਮ ਵਜਾਉਂਦਾ ਹੈ, ਉਹ ਸਮਾਂ ਬੰਨ੍ਹ ਦਿੰਦਾ ਹੈ ਜਦੋਂ ਉਹ ਸਰੰਗੀ ਵਜਾਉਂਦਾ ਹੈ, ਉਹ ਸਮਾਂ ਬੰਨ੍ਹ ਦਿੰਦਾ ਹੈ ਜਦੋਂ ਉਹ ਗਾਉਂਦਾ ਹੈ। ਜਦੋਂ ਅਸੀਂ ਸਿਰਫ ਗੁਣ ਦੇਖਦੇ ਹਾਂ, ਜਦੋਂ ਅਸੀਂ ਔਗਣ ਵੱਲ ਨੂੰ ਧਿਆਨ ਨਹੀਂ ਦਿੰਦੇ, ਫਿਰ ਗੱਲ ਬਣਦੀ ਹੈ। ਇਸ ਲਈ ਗੁਣ ਨੂੰ ਦੇਖਣ ਦਾ ਯਤਨ ਕਰੋ। ਔਗਣ ਤੇ ਬਹੁਤ ਦੇਖ ਲਿਆ ਅਸੀਂ, ਸਾਰੀ ਜ਼ਿੰਦਗੀ ਇਹੀ ਕੁਛ ਤੇ ਕਰਦੇ ਰਹੇ ਹਾਂ ਅਸੀਂ ਲੋਕ, ਇੱਕ ਦੂਸਰੇ ਦੇ ਔਗਣ ਹੀ ਦੇਖੇ ਨੇ। ਹੁਣ ਤੱਕ ਕੀਤਾ ਕੀ ਹੈ? ਛੋਟੇ ਬੰਦੇ ਦਾ ਔਗਣ ਦੇਖਿਆ, ਵੱਡੇ ਦਾ ਔਗਣ ਦੇਖਿਆ, ਹਰ ਕਿਸੇ ਦਾ ਔਗਣ ਹੀ ਦੇਖਿਆ, ਆਪਣੇ ਨਹੀਂ ਦੇਖੇ। ਘਰ ਵਾਲੀ ਦੇ ਔਗਣ ਦੇਖੇ, ਬੱਚਿਆਂ ਦੇ ਦੇਖੇ, ਮਾਂ-ਬਾਪ ਦੇ ਦੇਖੇ, ਸਭ ਦੇ ਔਗਣ ਹੀ ਦੇਖੇ ਨੇ ਅੱਜ ਤੱਕ। ਗੁਣ ਤੇ ਕਦੇ ਕਿਸੇ ਦਾ ਦੇਖਿਆ ਨਹੀਂ, ਗੁਣ ਵੱਲ ਤਾਂ ਧਿਆਨ ਹੀ ਨਹੀਂ ਗਿਆ। ਜਰਾ ਗੁਣ ਵੇਖੋ, ਹਰ ਬੰਦੇ ਦੇ ਅੰਦਰ ਕੁਛ ਹੈ, ਉਹੀ ਵਾਹਿਗੁਰੂ ਦੀ ਸੋਭਾ ਹੈ। ਜਿਸ ਦਿਨ ਸਾਡੇ ਪਕੜ ਦੇ ਵਿੱਚ ਗੁਣ ਆਉਣ ਲੱਗ ਜਾਂਦੇ ਨੇ, ਉਸ ਦਿਨ ਸਾਡਾ ਜੀਵਨ ਸਵਰਨ ਲੱਗਦਾ ਹੈ। ਉਸ ਦਿਨ ਸਾਡੇ ਜੀਵਨ ਵਿੱਚ ਇੱਕ ਸੁੰਦਰਤਾ ਆਉਂਦੀ ਹੈ, ਇੱਕ ਸੁਹੱਪਣ ਪ੍ਰਗਟ ਹੁੰਦਾ ਹੈ, ਕਿਉਂਕਿ ਅੱਖਾਂ ਸਾਫ਼ ਹੋ ਗਈਆਂ। ਕਈ ਵਾਰੀ ਐਸੇ ਹੁੰਦਾ ਨਾ ਕਿ ਤੁਸੀਂ ਸਵੇਰੇ ਸਵੇਰੇ ਉੱਠੇ ਤੇ ਆਪਣੀਆਂ ਅੱਖਾਂ ਵਿੱਚ ਪਾਣੀ ਦੇ ਛੱਟੇ ਮਾਰੇ, ਠੰਡਾ ਪਾਣੀ ਸੀ, ਅੱਖਾਂ ਬਿਲਕੁਲ ਤਾਜ਼ੀਆਂ ਹੋ ਗਈਆਂ। ਬਿਲਕੁਲ ਐਸਾ ਸਾਡੀਆਂ ਅੱਖਾਂ ਉਦੋਂ ਤਾਜ਼ੀਆਂ ਹੋ ਜਾਂਦੀਆਂ ਜਦੋਂ ਅਸੀਂ ਦੂਸਰਿਆਂ ਦੇ ਗੁਣ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਔਗਣ ਨਹੀਂ ਦਿਸਦਾ, ਗੁਣ ਹੀ ਗੁਣ ਦਿਸਦਾ, ਬਿਲਕੁਲ ਸਾਫ਼-ਸਾਫ਼। ਸਤਿਗੁਰੂ ਕਹਿੰਦੇ ਇਹ ਸੋਭਾ ਹੈ ਉਸ ਵਾਹਿਗੁਰੂ ਦੀ, ਪੂਰ ਸਮਗਰੀ ਉਸ ਵਾਹਿਗੁਰੂ ਦੀ, ਭਰਪੂਰ ਉਸ ਪਰਮੇਸ਼ਰ ਦੀ। ਪੂਰ ਸਮਗਰੀ ਪੂਰੇ ਠਾਕੁਰ ਕੀ, ਸੋ ਭਰਪੂਰ ਧਾਰ ਰਹੀ ਸੋਭ ਜਾ ਕੇ। ਉਹਦੀ ਹੀ ਸੋਭਾ ਸਭ ਥਾਈਂ ਭਰਪੂਰ ਹੈ, ਉਹੀ ਹੈ ਸਭ ਥਾਈਂ। ਆਨੰਦ ਵਿਨੋਦ ਭਰੇ ਪੁਰ ਧਾਰਿਆ। ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਆਨੰਦ ਨਾਲ ਭਰਪੂਰ ਹੈ। ਆਨੰਦ ਵਿਨੋਦ, ਵਿਨੋਦ ਦਾ ਮਤਲਬ ਵੀ ਆਨੰਦ ਹੈ ਕਿ ਵਿਨੋਦ, ਆਨੰਦ ਹੀ ਆਨੰਦ ਹੈ। ਮਿਲਾਪ ਦਾ ਇੱਕ ਆਪਣਾ ਆਨੰਦ ਹੁੰਦਾ ਹੈ, ਤੇ ਮਿਲਾਪ ਤੋਂ ਪਹਿਲਾਂ ਜੋ ਮਿਲਾਪ ਦੀ ਤਾਂਘ ਹੈ ਉਹਦਾ ਵੀ ਇੱਕ ਆਪਣਾ ਆਨੰਦ ਹੁੰਦਾ ਹੈ। ਉਹਦੇ ਦਰ ਤੇ ਜਾਣਾ ਤੇ ਜਾ ਕੇ ਉਸ ਨੂੰ ਮਿਲਣਾ, ਇਹਦਾ ਤਾਂ ਆਨੰਦ ਹੈ ਹੀ। ਜਿਹੜਾ ਸਫ਼ਰ ਹੈ ਇਸ ਦਾ ਵੀ ਇੱਕ ਆਪਣਾ ਆਨੰਦ ਹੈ। ਘਰ ਤੋਂ ਚੱਲ ਕੇ ਗੁਰੂ ਦੇ ਦਰ ਆਉਣ ਦਾ ਜਿਹੜਾ 2-4 ਮਿੰਟ ਦਾ ਕੁਝ ਸਮੇਂ ਦਾ ਫਾਸਲਾ ਹੈ, ਉਸ ਫਾਸਲੇ ਨੂੰ ਤੈਅ ਕਰਨ ਦਾ ਵੀ ਇੱਕ ਆਪਣਾ ਆਨੰਦ ਹੈ। ਸਤਿਗੁਰੂ ਕਹਿੰਦੇ ਉਹਦੀ ਸੋਭ ਦੇਖ, ਉਹ ਆਨੰਦ ਹੈ। ਪਰਮੇਸ਼ਰ ਨੂੰ ਕਿਤੇ ਦੁੱਖ ਸਰੂਪ ਨਹੀਂ ਕਿਹਾ ਜਾਂਦਾ, ਉਹਨੂੰ ਹਮੇਸ਼ਾ ਸੁੱਖ ਸਰੂਪ ਕਿਹਾ ਗਿਆ ਗੁਰਬਾਣੀ ਵਿੱਚ। ਦੁਨੀਆ ਭਰ ਦੇ ਗ੍ਰੰਥਾਂ ਵਿੱਚੋਂ ਪ੍ਰਮਾਤਮਾ ਨੂੰ ਤੁਸੀਂ ਇਹ ਨਹੀਂ ਸੁਣੋਗੇ ਕਿ ਉਹ ਦੁੱਖਦਾਈ ਹੈ। ਉਹ ਦੁੱਖਾਂ ਨੂੰ ਦਾਇਕ ਕਰਨ ਵਾਲਾ, ਖਤਮ ਕਰਨ ਵਾਲਾ ਹੈ, ਪਰ ਉਹਨੂੰ ਆਨੰਦ ਕਿਹਾ, ਸਦਾ ਸੱਚ ਦਾ ਆਨੰਦ ਕਿਹਾ ਜਾਂਦਾ ਹੈ। ਆਨੰਦ, ਸੁੱਖ, ਸਦਾ ਆਨੰਦ। ਤੇਰੇ ਘਰ ਆਨੰਦ ਵਧਾਈ ਤੁਧ ਕਰ, ਹਮੇਸ਼ਾ ਆਨੰਦ, ਹਮੇਸ਼ਾ ਵਧਾਈ। ਉਸ ਨੂੰ ਇਸੇ ਤਰ੍ਹਾਂ ਹੀ ਬਿਆਨ ਕੀਤਾ ਗਿਆ ਦੁਨੀਆ ਭਰ ਦੇ ਧਰਮ ਗ੍ਰੰਥਾਂ ਵਿੱਚ ਕਿ ਉਹ ਆਨੰਦ ਹੈ। ਇਸ ਲਈ ਉਸ ਵਾਹਿਗੁਰੂ ਨੂੰ ਆਨੰਦ ਨਾਲ ਹੀ ਮਿਲਿਆ ਜਾ ਸਕਦਾ ਹੈ। ਤਾਂ ਹੀ ਤੇ ਗੁਰੂ ਸਾਹਿਬ ਨੇ ਰਾਗ ਲਿਆ, ਸੰਗੀਤ, ਕਿ ਆਨੰਦ ਨਾਲ ਉਸ ਨੂੰ ਗਾ। ਗਾਉਣ ਵਿੱਚ ਵੀ ਆਨੰਦ ਹੈ। ਤੁਸੀਂ ਗਾਓ, ਉਸ ਨੂੰ ਝੂਮ ਝੂਮ ਕੇ ਗਾਓ, ਆਨੰਦ ਲੈ ਲੈ ਕੇ ਗਾਓ। ਉਹ ਮਿਲੇਗਾ, ਫਿਰ ਤਾਂ ਆਨੰਦ ਮਿਲੇਗਾ ਹੀ। ਉਹਨੂੰ ਗਾਉਣ ਵਿੱਚ ਵੀ ਆਨੰਦ ਮਿਲਦਾ ਹੈ, ਉਹਦਾ ਨਾਮ ਲੈਣ ਵਿੱਚ ਵੀ ਆਨੰਦ ਹੈ, ਉਸ ਨੂੰ ਚੇਤੇ ਕਰਨ ਵਿੱਚ ਵੀ ਆਨੰਦ ਹੈ। ਇਸ ਲਈ ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਆਨੰਦ ਵਿਨੋਦ ਭਰੇ ਪੁਰ ਧਾਰਿਆ, ਆਪਣਾ ਕਾਰਜ ਆਪ ਸਵਾਰਿਆ। ਉਹਨੇ ਆਪਣਾ ਕਾਰਜ ਆਪ ਸਵਾਰ ਲਿਆ। ਬਸ ਆਨੰਦ ਲੈਣਾ। ਆਨੰਦ ਹੀ ਇੱਕੋ ਇੱਕ ਪ੍ਰਮਾਣ ਹੈ ਉਹਦੇ ਨਾਲ ਜੁੜਨ ਦਾ, ਕਿ ਜਿੱਥੇ ਆਨੰਦ ਤੁਹਾਨੂੰ ਹਾਸਲ ਹੋਣ ਲੱਗ ਜਾਂਦਾ ਹੈ ਨਾ, ਉੱਥੇ ਕੁਛ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਉੱਥੇ ਆਪਣੇ ਆਪ ਅਸੀਂ ਟਿਕ ਜਾਂਦੇ ਹਾਂ।
ਆਪਣੇ ਆਪ ਸਥਿਰ ਹੋ ਜਾਂਦੇ ਆ। ਮਨ ਨੂੰ ਸਥਿਰ ਕਰਨਾ ਨਹੀਂ ਪੈਂਦਾ, ਮਨ ਨੂੰ ਟਿਕਾਉਣਾ ਨਹੀਂ ਪੈਂਦਾ। ਜਦੋਂ ਸਾਨੂੰ ਮਨ ਨੂੰ ਜੱਦੋ ਜਹਿਦ ਕਰਕੇ ਟਿਕਾਉਣਾ ਪੈਂਦਾ, ਮਨ ਫਿਰ ਵੀ ਟਿਕਦਾ ਨਹੀਂ। ਸਾਰਾ ਜ਼ੋਰ ਸਾਡਾ ਮਨ ਨੂੰ ਟਿਕਾਉਣ ਤੇ ਲੱਗ ਜਾਂਦਾ, ਮਨ ਟਿਕਦਾ ਨਹੀਂ। ਇੰਨੇ ਨੂੰ ਸਮਾਂ ਗੁਜ਼ਰ ਜਾਂਦਾ। ਮਨ ਨੂੰ ਜਿਹੜਾ ਕਾਰਜ ਕਰ ਰਹੇ ਆ ਉਹਦੇ ਵਿੱਚ ਰਸ ਪੈਦਾ ਕਰ ਲਵੋ, ਬਸ ਉਹਦੇ ਵਿੱਚ ਆਨੰਦ ਲਵੋ। ਜਿਸ ਚੀਜ਼ ਵਿੱਚ ਆਨੰਦ ਆਉਣ ਲੱਗ ਜਾਂਦਾ ਹੈ, ਮਨ ਟਿਕ ਜਾਂਦਾ ਹੈ, ਆਪਣੇ ਆਪ ਮਨ ਟਿਕ ਜਾਂਦਾ ਹੈ। ਇਸ ਲਈ ਹਰ ਉਹ ਕੰਮ ਜਿਹਨੂੰ ਵੀ ਤੁਸੀਂ ਕਰ ਰਹੇ ਹੋ, ਤੁਸੀਂ ਗੁਰਮੁਖਾਂ ਦੇ ਭਗਤਾਂ ਦੇ ਜੀਵਨ ਨੂੰ ਪੜ੍ਹੋ। ਭਗਤਾਂ ਨੇ ਕੀ ਕੀਤਾ ਆਪਣੇ ਜੀਵਨ ਵਿੱਚ? ਉਹਨਾਂ ਨੇ ਆਪਣੇ ਕਾਰ ਵਿਹਾਰ ਕੀਤੇ, ਉਹਨਾਂ ਨੇ ਆਪਣੇ ਕੰਮ ਧੰਦੇ ਕੀਤੇ। ਭਗਤ ਨਾਮਦੇਵ, ਕਬੀਰ ਜੀ, ਰਵਿਦਾਸ ਜੀ, ਗੁਰੂ ਨਾਨਕ ਸਾਹਿਬ, ਉਹਨਾਂ ਨੇ ਆਪਣੀ ਕਿਰਤ ਥੋੜ੍ਹੀ ਛੱਡੀ। ਗੁਰੂ ਨਾਨਕ ਸਾਹਿਬ ਖੇਤੀ ਕਰਦੇ ਰਹੇ, ਮੋਦੀ ਦੀ ਕਾਰ ਕਰਦੇ ਰਹੇ। ਇਸੇ ਤਰ੍ਹਾਂ ਬਾਕੀ ਭਗਤ ਸਾਹਿਬਾਨ ਉਹ ਆਪਣਾ ਕਿਰਤਕਾਰ ਕਰਦੇ ਰਹੇ, ਇਸੇ ਤਰ੍ਹਾਂ ਕਾਰ ਵਿਹਾਰ ਛੱਡਿਆ ਨਹੀਂ। ਪਰ ਉਹਨਾਂ ਨੇ ਕਿਰਤ ਨੂੰ ਕੀਤਾ ਹੀ ਇਸ ਢੰਗ ਨਾਲ ਕਿ ਉਹਨਾਂ ਦੀ ਕਿਰਤ ਹੀ ਪ੍ਰਮਾਤਮਾ ਦੀ ਕੀਰਤੀ ਹੋਣੇ ਬੜੀ। ਉਹਨਾਂ ਨੇ ਕਿਰਤ ਨੂੰ ਹੀ ਪ੍ਰਮਾਤਮਾ ਦਾ ਕੀਰਤਨ ਜਾਣ ਲਿਆ। ਉਹਨਾਂ ਨੇ ਉਹਦੇ ਵਿੱਚ ਰਸ ਲਿਆ, ਉਹਦੇ ਵਿੱਚੋਂ ਹੀ ਆਪਣੇ ਕੰਮ ਧੰਦੇ ਨੂੰ ਕਰਦੇ ਨੇ ਪਰਮੇਸ਼ਰ ਦਾ ਜਾਣ ਕੇ, ਆਪਣਾ ਜਾਣਿਆ ਹੀ ਨਹੀਂ ਕਦੇ। ਗੁਰੂ ਨਾਨਕ ਸਾਹਿਬ ਮੋਦੀਖਾਨਾ ਚਲਾਉਂਦੇ ਨੇ, ਤੇਰਾ ਜਾਣ ਕੇ ਕਰੀ ਜਾਂਦੇ ਨੇ। ਉਹ ਖੇਤੀ ਕਰਦੇ ਨੇ ਤਾਂ ਉਹ ਪ੍ਰਮਾਤਮਾ ਦੀ ਜਾਣ ਕੇ ਕਰੀ ਜਾਂਦੇ ਨੇ ਕਿ ਉਹੀ ਕਰਨ ਵਾਲਾ, ਉਹੀ ਕਰਾਉਣ ਵਾਲਾ। ਉਹ ਕਿਰਤ ਹੀ ਪ੍ਰਮਾਤਮਾ ਦੀ ਕੀਰਤੀ ਹੋ ਗਈ। ਇਸ ਲਈ ਕੁਛ ਵੀ ਕੰਮ ਕਰੋ, ਆਪਣੇ ਘਰ ਦੇ ਵਿੱਚ ਰੋਟੀ ਬਣਾਉਣ ਦਾ ਕੰਮ ਹੀ ਹੈ, ਭਾਵੇਂ ਆਪਣੇ ਘਰ ਦੇ ਭਾਂਡੇ ਮਾਂਜਣ ਦਾ ਹੀ ਕੰਮ ਹੈ, ਭਾਵੇਂ ਆਪਣੇ ਘਰ ਦੀ ਸਾਫ਼ ਸਫਾਈ ਕਰਨ ਦਾ ਹੀ ਕੰਮ ਹੈ, ਭਾਵੇਂ ਆਪਣੇ ਆਫਿਸ, ਆਪਣੀ ਦੁਕਾਨ, ਆਪਣੇ ਦਫ਼ਤਰ ਦਾ ਕੰਮ ਹੀ ਹੈ। ਉਸ ਨੂੰ ਵੀ ਇੰਨੀ ਕੁ ਸ਼ਰਧਾ ਨਾਲ, ਇੰਨੀ ਕੁ ਭਾਵਨਾ ਨਾਲ ਕਰੋ ਕਿ ਉਹ ਪ੍ਰਮਾਤਮਾ ਦਾ ਕਾਰਜ ਹੋ ਜਾਵੇ, ਉਹ ਵਾਹਿਗੁਰੂ ਦਾ ਕੰਮ ਹੋ ਜਾਵੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਉਹ ਸਾਡਾ ਕਾਰਜ ਸਵਾਰ ਦਿੰਦਾ ਹੈ, ਇਸ ਤਰ੍ਹਾਂ ਕਾਰਜ ਸਵਰਦਾ ਹੈ, ਇਸ ਤੋਂ ਘੱਟ ਵਿੱਚ ਨਹੀਂ। ਸਤਿਗੁਰੂ ਕਹਿੰਦੇ ਆਨੰਦ ਵਿਨੋਦ ਭਰੇ ਪੁਰ ਧਾਰਿਆ। ਜਦੋਂ ਆਨੰਦ ਨਾਲ ਅਸੀਂ ਕੁਝ ਕਰ ਰਹੇ ਹਾਂ, ਤੁਸੀਂ ਆਨੰਦ ਲੈ ਕੇ ਸੁਣ ਰਹੇ ਹੋ, ਮੈਂ ਆਨੰਦ ਲੈ ਕੇ ਸੁਣਾ ਰਿਹਾ, ਆਨੰਦ ਲੈ ਕੇ ਕੋਈ ਕੀਰਤਨ ਕਰ ਰਿਹਾ, ਆਨੰਦ ਲੈ ਕੇ ਕੋਈ ਬੈਠਾ ਸੁਣ ਰਿਹਾ, ਤਾਂ ਫਿਰ ਉਹ ਕਾਰਜ ਸਵਰੇਗਾ, ਉਹ ਕਾਰਜ ਸਵਰੇਗਾ। ਬਸ ਆਪਣਾ ਰਸ ਪੈਦਾ ਕਰੋ। ਜਿਸ ਚੀਜ਼ ਵਿੱਚ ਰਸ ਹੈ ਉਸ ਚੀਜ਼ ਨੂੰ ਪਕੜ ਲਵੋ, ਬਸ ਬਾਕੀ ਗੱਲਾਂ ਛੱਡ ਦਿਓ। ਕੋਈ ਕੀ ਕਹਿੰਦਾ, ਕੋਈ ਕੀ ਨਹੀਂ ਕਹਿੰਦਾ, ਬਾਕੀ ਗੱਲਾਂ ਦੀ ਕੋਈ ਪਰਵਾਹ ਨਹੀਂ। ਤੁਹਾਡਾ ਰਸ ਕਿੱਥੇ ਹੈ? ਤੁਹਾਡਾ ਰਸ ਸੇਵਾ ਵਿੱਚ ਹੈ ਤਾਂ ਸੇਵਾ ਕਰਨੀ ਸ਼ੁਰੂ ਕਰ ਦਿਓ, ਬਾਕੀ ਛੱਡ ਦਿਓ। ਤੁਹਾਡਾ ਰਸ ਕੀਰਤਨ ਸੁਣਨ ਵਿੱਚ ਹੈ ਜਾਂ ਕੀਰਤਨ ਕਰਨ ਵਿੱਚ ਹੈ ਤਾਂ ਉਸ ਨੂੰ ਪਕੜ ਲਓ, ਬਾਕੀ ਛੱਡ ਦਿਓ। ਜਿੱਥੇ ਰਸ ਹੈ ਉਸ ਨੂੰ ਫੜ ਲਓ, ਜਿੱਥੇ ਆਨੰਦ ਪੈਦਾ ਹੋ ਰਿਹਾ ਉਸ ਨੂੰ ਵਧਾਈ ਜਾਓ। ਫਿਰ ਗੱਲ ਬਣਨੀ ਹੈ, ਫਿਰ ਕਾਰਜ ਸਵਰਨਾ ਹੈ, ਉਸ ਤੋਂ ਘੱਟ ਵਿੱਚ ਨਹੀਂ। ਪੂਰ ਸਮਗਰੀ ਪੂਰੇ ਠਾਕੁਰ ਕੀ, ਉਹਦੀ ਹੀ ਸਮਗਰੀ ਹੈ ਸਭ, ਉਸ ਪੂਰੇ ਵਾਹਿਗੁਰੂ ਦੀ। ਇਹ ਸਾਰੀ ਸਮਗਰੀ, ਸਾਰੀ ਸ੍ਰਿਸ਼ਟੀ, ਸਾਰਾ ਸੰਸਾਰ ਉਸ ਵਾਹਿਗੁਰੂ ਦਾ। ਭਰਪੁਰ ਧਾਰ ਰਹੀ ਸੋਭ ਜਾ ਕੀ, ਉਹਦੀ ਹੀ ਸੋਭਾ ਹੈ ਸਭ ਥਾਈਂ, ਉਹਦੀ ਹੀ ਵਡਿਆਈ ਹੈ ਸਭ ਥਾਈਂ। ਰਹਾਓ ਨਾਮ ਨਿਧਾਨ ਜਾ ਕੀ ਨਿਰਮਲ ਸੋਏ। ਸਤਿਗੁਰੂ ਕਹਿੰਦੇ ਜਿਸ ਨੂੰ ਵਾਹਿਗੁਰੂ ਦਾ ਨਾਮ ਰੂਪੀ ਨਿਧਾਨ ਮਿਲ ਗਿਆ, ਨਾਮ ਦਾ ਖਜ਼ਾਨਾ ਜਿਹਨੂੰ ਮਿਲ ਗਿਆ, ਉਹਦੀ ਸੋਭਾ ਨਿਰਮਲ ਹੈ, ਉਹਦੀ ਸੋਭਾ ਨਿਰਮਲ ਹੈ, ਪਵਿੱਤਰ ਹੈ। ਸੋਏ ਮਤਲਬ ਸੋਭਾ। ਦੁਨੀਆ ਸਮਝਦੀ ਹੈ ਕਿ ਮਾਇਆ ਮਿਲ ਜਾਂਦੀ ਹੈ ਤਾਂ ਸੋਭਾ ਮਿਲਦੀ, ਬੇਸ਼ੱਕ ਮਿਲ ਜਾਂਦੀ ਹੈ। ਜਦੋਂ ਚਾਰ ਪੈਸੇ ਆ ਜਾਂਦੇ ਨੇ ਤਾਂ ਲੋਕ ਵੀ ਬੰਦੇ ਦੀ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੰਦੇ ਨੇ। ਕੋਈ ਅਹੁਦਾ ਮਿਲ ਜਾਂਦਾ ਤਾਂ ਲੋਕ ਆਪਣੀਆਂ ਰਿਸ਼ਤੇਦਾਰੀਆਂ ਕੱਢਣ ਲੱਗ ਜਾਂਦੇ ਨੇ। ਸਤਿਗੁਰੂ ਕਹਿੰਦੇ ਕਿ ਉਸ ਵਾਹਿਗੁਰੂ ਨਾਲ ਜਦੋਂ ਬੰਦਾ ਜੁੜਦਾ ਹੈ ਤਾਂ ਉਹਨੂੰ ਜਿਹੜੀ ਸੱਚੀ ਸੋਭਾ ਮਿਲਦੀ ਹੈ ਉਹ ਬੜੀ ਪਵਿੱਤਰ ਹੈ, ਉਹਦੀ ਆਪਣੀ ਹੀ ਇੱਕ ਪਵਿੱਤਰਤਾ ਹੈ। ਪੈਸੇ ਨਾਲ ਮਿਲੀ ਸੋਭਾ ਜ਼ਰੂਰੀ ਨਹੀਂ ਹੈ ਕਿ ਉਹ ਪਵਿੱਤਰ ਵੀ ਹੋਵੇ।
क्योंकि बहुती वेरा ऐसा हुंदा है कि बंदे ने अपनी किरत विच थोड़ी बहुत बेईमानी की हुंदी है। बेईमानी करके उन्हें 4 पैसे जोड़े हुंदे ने, ते जदों बेईमानी करके शोभा हासिल हुई होवे, रिश्वतखोरी करके शोभा हासिल हुई होवे, तो निर्मल किवें हो सकदी है? क्योंकि अंदर खाते लोगों को पता तो हुंदा ही है कि बंदा की करदा है। लोग जानते तो हुंदे नहीं, बस कहण दी हिम्मत नहीं करता कोई मूँह ते कि भाई तू ते बंदा बेईमान है। पर जिहड़ी गुरु दे दरों शोभा मिलती है वो बड़ी निर्मल है, वो बड़ी निर्मल। नाम निधान जाकी निर्मल सोए। जिन्हों नाम का खजाना मिल गया, बाहरी खजाना नहीं, जिन्हों आत्मिक जीवन का खजाना मिल गया, ਉਹਦੀ शोभा सब तो उत्तम। इसलिए जिथे पैसे जोड़ लेने 4, उत्थे नाल नाल वाहिगुरू दे नाम का खजाना भी जोड़ना, उत्थे नाल नाल इसनूं भी इकट्ठा कर लेना। पैसे नाल शोभा सिर्फ उन्नी देर तक ही है जिन्नी देर तक पैसा है, उन्नी देर तक ही शोभा है जिन्नी देर तक घर बार है, उन्नी देर तक ही शोभा है जिन्नी देर तक चीज़ां ने, अहुदा है, रुतबा है। उहदे चले जाण नाल सब कुछ चलिया जांदा है, वो शोभा वो वडियाई चली जाती। इस करके ख्याल रखना कि जदों तक जितदे हो उन्नी देर तक शोभा है, जिस दिन हार गए फिर कौन पुछदा है? तुहाडे सामने ही आ नतीजिਆਂ ने की कीता कि हार तो बाद किहनूं पुछिया, किहਨਾਂ लीडरां नूं पुछिया? किसी ने नहीं। ऐसा ही कि असल शोभा जितण जां हारन दी नहीं है, ਉਹਦੇ नाम का निधान जिन्हों मिल गया उन्होंने जित हार नाल कोई फर्क नहीं पैंदा। जिन्हों नाम की दौलत मिल गई, बंदगी की दौलत मिल गई, ਉਹਦੇ ਲਈ हार जित सब एक ही समान है। हार ना ही सब जित है। सतगुरु कहते हार नहीं, ਉਹਦੇ ਲਈ जित ही जित है। ਉਹਨੂੰ भला कोई कौन हरा सकता है? इस करके सतगुरु कहते भाई आपे करता अवर ना कोई। वो वाहिगुरू आप ही सब कुछ करने वाला है, उस परमेश्वर तो बिना होर कोई नहीं। ਉਹੀ करदा है, ਉਹੀ करदा है, तो उसे ने ही कीता है सब कुछ, उसे ने ही। बंदे नूं कई बारी हंकार हो जाता है कि मैं तो इन्नी बारी जित्तिया, मैनू कौन हरा सकता है? पर वो परमेश्वर बड़ा बेअंत है। जिमें ही साडा अहंकार पूरे शिखर ते हुंदा है, उदों ही असीं मूँह भरने डिगदे हां। उहदा टुटना जरूरी हुंदा है, क्योंकि जो गुरूर ना टुटे, जो अहंकार ना टुटे, तो वह होर भी बंदे वास्ते मुसीबत बन जाती। फिर वो अपने आप को ही रब जानन लग जाता है। इसलिए रब फिर उहदा अहंकार तोड़दा है, उहदी हौमे नूं तोड़दा है, तो ऐसा चकनाचूर कर छड्डदा है कि दोबारा वो खड़ा नहीं हो पाता। इसलिए सतगुरु समझाउंदे, सतगुरु कहंदे भाई आपे करता अवर ना कोई। वो परमेश्वर ही सब कुछ करने वाला है, उहदे तो बिना कोई होर नहीं। जी जंत सब ताकै हाथ, जीव जंत सब उस वाहिगुरू दे हत्थ ने। असी सब उस दे हत्थ दियां कठपुतलियां हाँ। जिमें वो सानू नचाउंदा असी नच रहे हाँ, जिमें वो सानू जीवन दे कार विहार कराउंदा असी कर रहे हाँ। साडे आप दे वस की है? जरा गौर करके वेखना कि साडे राही हो की रहा है। साडे राही चीज़ां वापर रही ने, साडे राही कुछ ना कुछ हो रहा है, करवाया जा रहा है। वो गल वक्री है कि असी उसनूं अपने सिर ते मड़ लैंदे कि असी कीता, मैं कीता। असी करन वाले कौन आ? वो साडे कोलों करवा लैंदा है। असी इस गल का हंकार कर लैंदे कि असी कीता। उसने बहुत कुछ करवाया साडे कोलों, बस इस भरम विच पा के कि करन वाला ते तू ही है, करन वाला ते मैं ही हाँ। ये भरम साडे मन विच पिया रहिंदा है, वो वाहिगुरू साडे कोलों करवा लैंदा बहुत कुछ। इसलिए सतगुरु समझाउंदे, सतगुरु कहंदे जी जंत सब ताकै हाथ, जीव जंत सब उस परमात्मा दे हत्थ ने। जिन्हों सतगुरु कहंदे काठ की पुत्री कहाँ करे बपरी, खिलावन हारो जाना है, कि वह खिलाउण वाला जानदा है। असीं की जानते हैं? असीं कुछ नहीं। रब रहा प्रभ सब कै साथ, वो वाहिगुरू साडे सारियां दे नाल रविया होया।
ਸਾਡੇ ਸਾਰਿਆਂ ਦੇ। ਅਸੀਂ ਜਿੱਥੇ ਵੀ ਰਹੀਏ, ਜਿੱਥੇ ਵੀ ਜਾਈਏ, ਜਿੱਥੇ ਕਿਤੇ ਕੁਛ ਵੀ ਕਰੀਏ, ਉਹ ਉੱਥੇ ਮੌਜੂਦ ਹੈ। ਉਹਦੀ ਮੌਜੂਦਗੀ ਹਰ ਥਾਂ ਹੈ। ਉਹਦੀ ਮੌਜੂਦਗੀ ਹਰ ਥਾਂ। ਕਈ ਵਾਰੀ ਤੁਸੀਂ ਆਓ, ਇਸ ਤਰ੍ਹਾਂ ਦਰਬਾਰ ਦੇ ਵਿੱਚ ਲੱਗਦਾ ਹੈ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਪਰ ਲੱਗਦਾ ਹੈ ਕਿ ਕੋਈ ਹੈ ਹੀ ਨਹੀਂ। ਬਸ ਐਸਾ ਹੀ ਲੱਗਦਾ ਹੈ ਕਿ ਕੋਈ ਹੈ ਨਹੀਂ, ਪਰ ਉਹ ਹੈ। लगता है कि मौजूद नहीं है, पर वो मौजूद है। ऐसा ही बाहर, ऐसा ही साडे घर, ऐसा ही साडे ऑफिस, साडी दुकान, वो हर थां है। नज़र नहीं आ रहा, पता नहीं चल रहा। शरीर होवे तो शायद सानू पता लगे, वो शरीर नहीं है, इसलिए वो हर थां मौजूद है। शरीर होवे तो सिर्फ एक थां मौजूद होवे, वो शरीर नहीं है, इसलिए वो कण कण विच समाया होया, वो हर थां विच समाया होया। प्रहलाद ने कहा सी ना अपने बाप नूं, हरनाकश नूं, कि वो तो इन्हां थंमां विच भी समाया होया, वो तो कीड़ियां विच भी समाया होया, वो तो हाथियां विच भी समाया होया, वो तो हर थां समाया। कित्थों कित्थों उस नूं तुसीं कढोगे, वो तो तुहाडे अंदर भी समाया होया। इसलिए सतगुरु कहंदे रब रहिया प्रभ सब कै साथ, वो सारियां दे साथ रविया, वो सारियां दे नाल वसिया। जरा वेखो उस नूं नेड़े हो गए। पूरा गुर पूरी बनत बनाई, पूरा सतगुरु है ते सतगुरु ने पूरी बनत बनाई। आह वाली बनत उस नूं नेड़े देखण दी। गुरु इत्थे साडी बनत बनाउंदा है। असीं इत्थे बैठे की कर लईआं, इसे लिए बैठे हैं कि गुरु साडी बनत बनादा है। गुरु सानू घड़ दवे दुबारा तो, जिवें टीचर स्कूल दे विच बच्चे नूं घड़दा है, उस नूं सवारदा है, ਉਹਦੀਆਂ ਗਲਤੀਆਂ ਨੂੰ, ਉਹਦੇ ਔਗਣਾਂ ਨੂੰ ਛਾਂਟ ਕੇ ਸੁੱਟ ਦਿੰਦਾ, ਉਹਨੂੰ ਗੁਣ ਦਿੰਦਾ। ਬਿਲਕੁਲ ਐਸਾ ਹੀ ਗੁਰੂ ਸਾਡੀ ਬਣਤ ਬਣਾਉਂਦਾ ਹੈ। ਗੁਰੂ ਸਾਡੀ ਘਾੜਤ ਕੱਢਦਾ ਹੈ, ਗੁਰੂ ਸਾਡੇ ਔਗਣ ਮਿਟਾਉਂਦਾ ਹੈ, ਗੁਰੂ ਸਾਡੇ ਅੰਦਰ ਦੀ ਮੈਂ ਨੂੰ ਮਾਰਦਾ ਹੈ, ਗੁਰੂ ਸਾਡੇ ਅੰਦਰੋਂ ਵਾਸਨਾਵਾਂ ਨੂੰ ਮੋੜ ਕੇ ਪ੍ਰਮਾਤਮਾ ਵਾਲੇ ਪਾਸੇ ਲਾ ਦਿੰਦਾ ਹੈ। ਸਾਡੀਆਂ ਅੱਖਾਂ ਉਸ ਨੂੰ ਦੇਖਣ ਵਾਲੇ, ਤਲਾਸ਼ਣ ਵਾਲੇ ਪਾਸੇ ਲੱਗ ਜਾਂਦੀਆਂ, ਸਾਡੇ ਹੱਥ ਪੈਰ ਉਹਦੀ ਸੇਵਾ ਵਿੱਚ ਜੁੜ ਜਾਂਦੇ ਨੇ। ਗੁਰੂ ਸਾਡੀ ਪੂਰੀ ਜੀਵਨੀ ਬਦਲ ਦਿੰਦਾ ਹੈ, ਸਾਡਾ ਹਰ ਢੰਗ, ਸਾਡਾ ਹਰ ਤਰੀਕਾ ਬਦਲ ਦਿੰਦਾ ਹੈ ਗੁਰੂ। ਸਾਡੀ ਦੇਖਣੀ, ਸਾਡੀ ਸੋਚਣੀ, ਸਾਡਾ ਵਿਵਹਾਰ ਸਭ ਬਦਲ ਜਾਂਦਾ ਹੈ। ਇਸ ਲਈ ਗੁਰੂ ਦੇ ਕੋਲੋਂ ਇਹ ਕੁਛ ਹਾਸਲ ਹੁੰਦਾ। बस गल ये है कि गुरु दे कोल आके अपने आप नूं गुरु दे हवाले करना। असीं गुरु दे कोल आके बह जांदे आ, पर गुरु दे सपुरद नहीं करते अपने आप नूं। अपनी मैं नूं किते ना किते अटकाई रखदे आ, अपनी हौमे नूं किते ना किते अपने मन विच वसाई रखदे आ। इस करके गुरु दे कोल आके भी असीं गुरु दे कोल हो नहीं पांदे। समर्पण करन दा मतलब कि गुरु नूं सौंप दिता, गुरु हुण मारे, तोड़े, खत्म करे, कुछ भी करे, ਉਹਦੀ मर्जी, वो जैसी भी चोट करे करे। पहला ऐसा सी कि स्कूल विच जे किते टीचर बच्चे नूं झिड़क भी दिंदा, ਉਹਨੂੰ मार भी दिंदा, तां माँ बाप कदे गुस्सा नहीं सी करदे। माँ बाप कदे गिला नहीं सी करदे, टीचरां नाल जाके लड़दे नहीं सी, उड़ामा नहीं सी दिंदे कि तुसीं साडे बच्चे नूं कुੱਟਿਆ, मारिया। शायद उदों माँ बाप सियाणे सी, शायद अज नहीं। अज जरा जिहा बच्चे नूं स्कूल विच टीचर झिड़का मार दिंदा तां बच्चे पेरेंट्स शिकायत लैके टीचर दी पहुँच जांदे ने प्रिंसीपल कोल कि साडे बच्चे नूं मारिया, साडे बच्चे नूं झिड़किया, साडा बच्चा घबराया पिया कल दा। लोग समझ नहीं पा रहे। जरा जी एक झिड़क नहीं बर्दाश्त हो रही तां इन्हां दी घाड़त किवें घड़ी जाएगी। बिल्कुल ऐसी ही साडी हालत है। साडे कोलों गुरु दी गल नहीं सही जाती, साडे कोलों जो साडे मन दे उत्ते गुरु चोट करदा ना, साडे कोलों सही नहीं जाती। इसलिए साडा मन गुरु दे अगे समर्पण नहीं करता। असीं समर्पित नहीं हुंदे गुरु दे अगे, सपुरद नहीं करते। जब तक सपुरद करते नहीं, चोट लगेगी नहीं, तां जिहड़ा पत्थर दे मूर्ति दे दुआले फालतू पत्थर लगा है, वो लथेगा किवें? चोट पवेगी जोर नाल, फेर ही तां लथेगा, फेर ही पत्थर दे विचों मूर्ति प्रगट होएगी।
ਮਾਂ ਬਾਪ ਚਾਹੁੰਦੇ ਨੇ ਕਿ ਚੋਟ ਵੀ ਨਾ ਪਵੇ ਤੇ ਮੂਰਤੀ ਵੀ ਨਿਕਲ ਆਵੇ ਪੱਥਰ ਦੇ ਵਿੱਚੋਂ। ਐਸਾ ਤੇ ਸੰਭਵ ਨਹੀਂ ਨਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਗੁਰੂ ਦੀਆਂ ਰਹਿਮਤਾਂ ਵੀ ਸਭ ਹਾਸਲ ਹੋ ਜਾਣ ਤੇ ਗੁਰੂ ਦਾ ਸ਼ਬਦ ਵੀ ਸਾਡੇ ਮਨ ਵਿੱਚ ਉਹ ਚੋਟ ਵੀ ਨਾ ਕਰੇ, ਉਹ ਜਰਾ ਜਿਹਾ ਸਾਨੂੰ ਝੰਜੋੜੇ ਵੀ ਨਾ, ਜਰਾ ਜਿਹਾ ਸਾਨੂੰ ਸਾਡੀਆਂ ਗਲਤੀਆਂ ਵੀ ਨਾ ਦਿਖਾਵੇ, ਸਾਡੇ ਔਗਣ ਵੀ ਨਾ ਸਾਨੂੰ ਦਿਖਾਵੇ। ਐਸਾ ਨਹੀਂ ਹੋਵੇਗਾ। ਸਾਨੂੰ ਆਪਣੇ ਔਗਣ ਦੇਖਣੇ ਪੈਣਗੇ, ਸਾਨੂੰ ਪਤਾ ਲੱਗੇਗਾ ਕਿ ਸਾਡੇ ਔਗਣ ਨੇ ਤਾਂ ਉਹਨਾਂ ਨੂੰ ਮਿਟਾਉਣ ਦਾ ਯਤਨ ਕਰਾਂਗੇ। ਇਸ ਲਈ ਸਤਿਗੁਰੂ ਸਮਝਾਉਂਦੇ ਕਿ ਗੁਰੂ ਘੜੇਗਾ ਇੱਥੇ ਘਾੜਤ। ਇਸ ਲਈ ਆਪਣੇ ਆਪ ਨੂੰ ਗੁਰੂ ਦੇ ਸਪੁਰਦ ਕਰੋ। ਜਦੋਂ ਤੁਸੀਂ ਸ਼ਬਦ ਸੁਣੋ ਕੀਰਤਨ ਰਾਹੀਂ, ਕਥਾ ਰਾਹੀਂ, ਪਾਠ ਰਾਹੀਂ, ਤਾਂ ਸਿਰਫ ਸੁਣੋ, ਛੱਡ ਦਿਓ ਆਪਣੇ ਆਪ ਨੂੰ ਬਿਲਕੁਲ ਨਿਢਾਲ। ਨਿਢਾਲ ਦਾ ਮਤਲਬ ਇਹ ਨਹੀਂ ਕਿ ਸਿਰਫ ਲੰਮੇ ਪੈ ਜਾਓ ਢਿੱਡ ਨਾ, ਇਹ ਨਹੀਂ। ਨਿਢਾਲ ਦਾ ਮਤਲਬ ਆਪਣੇ ਮਨ ਨੂੰ ਛੱਡ ਦਿਓ, ਬਸ ਬਿਲਕੁਲ ਨਿਢਾਲ ਛੱਡ ਦਿਓ ਕਿ ਇੱਧਰ ਉੱਧਰ ਜਾਵੇ ਨਾ, ਬਸ ਗੁਰੂ ਦੇ ਚਰਨਾਂ ਤੇ ਡਿੱਗ ਪਿਆ। ਜਿਵੇਂ ਕੋਈ ਬੰਦਾ ਮਰ ਜਾਂਦਾ ਨਾ ਤੇ ਮਰ ਗਿਆ, ਨਿਢਾਲ ਹੋ ਗਿਆ, ਹੁਣ ਕੀ ਕਰ ਸਕਦਾ? ਕੁਛ ਨਹੀਂ। ਬਿਲਕੁਲ ਇਸ ਢੰਗ ਨਾਲ ਜਦੋਂ ਅਸੀਂ ਗੁਰੂ ਦੇ ਦਰ ਤੇ ਆਪਣੇ ਮਨ ਨੂੰ ਬਿਲਕੁਲ ਨਿਢਾਲ ਛੱਡ ਦਿੰਦੇ ਹਾਂ ਤਾਂ ਫਿਰ ਉਹਦੀ ਰਹਿਮਤ ਵਰਤਦੀ ਹੈ, ਫਿਰ ਹੀ ਸਾਡਾ ਸਮਰਪਣ ਪੂਰਾ ਹੁੰਦਾ ਹੈ। ਸਤਿਗੁਰੂ ਕਹਿੰਦੇ ਪੂਰਾ ਗੁਰ ਪੂਰੀ ਬਣਤ ਬਣਾਈ, ਨਾਨਕ ਭਗਤ ਮਿਲੀ ਵਡਿਆਈ। ਫਿਰ ਭਗਤੀ ਦੀ ਵਡਿਆਈ ਮਿਲਦੀ ਹੈ ਭਗਤ ਨੂੰ, ਫਿਰ ਵਡਿਆਈ ਮਿਲਦੀ। ਅਸੀਂ ਵਡਿਆਈ ਪਹਿਲਾਂ ਚਾਹੁੰਦੇ ਹਾਂ, ਬਣਤ ਬਣਾਉਣੀ ਨਹੀਂ ਚਾਹੁੰਦੇ, ਘਾੜਤ ਕਢਾਉਣੀ ਨਹੀਂ ਚਾਹੁੰਦੇ। ਇੱਥੇ ਘਾੜਤ ਪਹਿਲਾਂ ਹੈ, ਵਡਿਆਈ ਬਾਅਦ ਵਿੱਚ ਹੈ। ਪਹਿਲਾਂ ਪੜ੍ਹਾਈ ਹੈ, ਬਾਅਦ ਵਿੱਚ ਡਿਗਰੀ ਹੈ। ਐਸਾ ਹੋਇਆ ਕਿ ਪਹਿਲਾਂ ਡਿਗਰੀ ਹੋਵੇ ਤਾਂ ਬਾਅਦ 'ਚ ਪੜ੍ਹਾਈ? ਐਸਾ ਤਾਂ ਕਦੇ ਹੋਇਆ ਹੀ ਨਹੀਂ। ਪਹਿਲਾਂ ਬੱਚਾ ਇੰਜੀਨੀਅਰਿੰਗ ਦੀ ਪੜ੍ਹਾਈ ਕਰਦਾ, ਫਿਰ ਉਹਨੂੰ ਇੰਜੀਨੀਅਰਿੰਗ ਦਾ ਖਿਤਾਬ ਮਿਲਦਾ ਕਿ ਇਹ ਇੰਜੀਨੀਅਰ ਹੋ ਗਿਆ। ਹੁਣ ਵਡਿਆਈ ਫਿਰ ਮਿਲਦੀ ਹੈ, ਪਹਿਲਾਂ ਗੁਰੂ ਬਣਤ ਬਣਾਉਂਦਾ ਸਾਡੀ ਘਾੜਤ ਕੱਢਦਾ ਹੈ। ਸਤਿਗੁਰੂ ਰਹਿਮਤ ਕਰੇ, ਗੁਰੂ ਦੇ ਚਰਨਾਂ ਤੇ ਜੁੜ ਕੇ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਪੁਰਦ ਕਰ ਦਈਏ ਤੇ ਸਾਡਾ ਮਨ ਗੁਰੂ ਦੀ ਘਾੜਤ ਰਾਹੀਂ, ਗੁਰੂ ਦੇ ਸ਼ਬਦ ਰਾਹੀਂ ਘੜਿਆ ਜਾਏ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਦਿਓ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।